ਸਕੂਟਰੀ ਮੇਰੇ ਕੰਟਰੋਲ ਤੋਂ ਬਾਹਰ ਹੋ ਗਈ। ਮੈਂ ਬਹੁਤ ਸੰਭਾਲੀ ਸਕੂਟਰੀ, ਲੇਕਿਨ ਮੇਰੇ ਤੋਂ ਸਕੂਟਰੀ ਨਹੀਂ ਸੰਭਲੀ ਗਈ। ਹਾਲੇਲੂਇਆ। ਸਾਰੇ ਭੈਣ ਭਾਈਆਂ ਨੂੰ ਜੈ ਮਸੀਹ ਦੀ। ਮੈਂ ਦਾਨਿਸ਼ ਗਲੋਰੀ ਲਾਈਫ ਕ੍ਰੀਏਸ਼ਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਨਾਮ 'ਚ ਜੋ ਇਸ ਵਕਤ ਮੈਨੂੰ ਦੇਖ ਰਹੇ, ਜੋ ਹੋਰ ਅੱਗੇ ਦੇਖेंगे, ਸਵਾਗਤ ਕਰਦਾ। ਪ੍ਰਭੂ ਯਿਸੂ ਮਸੀਹ ਨਾਮ 'ਚ ਤੁਹਾਡਾ ਸਭਨਾਂ ਦਾ ਵੈਲਕਮ ਕਰਦਾ। ਸੋ ਤੁਸੀਂ ਮੈਨੂੰ ਦੇਖਦੇ ਹੋਗੇ ਔਰ ਸੋਚਦੇ ਹੋਗੇ ਕਿ ਇਹ ਬੰਦਾ ਕਿਸ ਪੋਜੀਸ਼ਨ 'ਚ ਬਹਿ ਕੇ ਗੱਲਬਾਤ ਕਰ ਰਿਹਾ। ਇਹ ਐਸੀ ਪੋਜੀਸ਼ਨ ਇਸ ਤਰ੍ਹਾਂ ਦੀ ਕਿਉਂ ਹੋਈ ਪਈ ਆ? ਤੁਹਾਡੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੋ ਰਹੇ ਹੋਣੇ। ਸੋ ਪਲੀਜ਼ ਮੈਨੂੰ ਇਸ ਤਰ੍ਹਾਂ ਹੀ ਕਬੂਲ ਕਰ ਲੈਣਾ, ਕਿਉਂਕਿ ਇਸ ਤਰ੍ਹਾਂ ਚੌੜਾ ਜਿਹਾ ਹੋ ਕੇ ਬੈਠਾ ਹਾਂ ਤਾਂ ਇਸ ਲਈ ਕਿ ਮੇਰਾ ਬਹੁਤ ਵੱਡਾ ਐਕਸੀਡੈਂਟ ਹੋਇਆ। ਐਕਸੀਡੈਂਟ ਹੋਇਆ ਕਿਵੇਂ ਹੈ, ਥੋੜ੍ਹਾ ਜਿਹਾ ਮੈਂ ਤੁਹਾਡੇ ਸਭਨਾਂ ਨਾਲ ਵਿਖਿਆਨ ਕਰਦਾ, ਦੱਸਦਾ ਕਿ ਕਿਸ ਤਰ੍ਹਾਂ ਮੇਰੇ ਨਾਲ ਇਹ ਘਟਨਾ ਘਟੀ। ਅਸੀਂ ਕੋਈ 8-9 ਬਪਤਿਸਮੇ ਦੇਣੇ ਸੀਗੇ। ਅਸੀਂ ਬਪਤਿਸਮੇ ਦੇਣ ਦੇ ਲਈ ਨਹਿਰ ਉੱਤੇ ਜਾ ਰਹੇ ਸੀ। ਸਾਡੇ ਕੋਲ ਜਾਣ ਦਾ ਪ੍ਰੋਪਰ ਸਾਧਨ ਨਹੀਂ ਸੀਗਾ। ਹਰ ਇੱਕ ਕੋਲ ਆਪਣੀ ਆਪਣੀ, ਕਿਸੇ ਕੋਲ ਸਕੂਟਰੀ ਔਰ ਮੋਟਰਸਾਈਕਲ ਸੀ, ਜੋ ਪ੍ਰਭੂ ਨੇ ਦਿੱਤੇ हैं, ਜਿਸ ਤਰ੍ਹਾਂ ਪਰਮੇਸ਼ਵਰ ਨੇ ਜਿਸ ਤਰ੍ਹਾਂ ਜਿਨ੍ਹਾਂ ਨੂੰ ਰੱਖਿਆ। ਉਸ ਦੌਰਾਨ ਮੇਰੇ ਕੋਲ ਜਿਹੜੀ ਮੇਰੀ ਸਕੂਟਰੀ ਸੀ, ਮੈਂ ਆਪਣੀ ਸਕੂਟਰੀ ਦੇ ਉੱਤੇ 2 ਬੰਦੇ ਬਿਠਾ ਲਏ। 2 ਬੰਦੇ ਨਹੀਂ, ਸੌਰੀ, ਇੱਕ ਬੰਦਾ ਪਿੱਛੇ ਬਹਿ ਗਿਆ ਮੇਰੇ, ਪਲੱਸ ਮੇਰੇ ਅੱਗੇ ਬੱਚਾ ਬੈਠ ਗਿਆ, ਅੱਗੇ ਖੜਾ ਹੋ ਗਿਆ ਬੱਚਾ। ਬਾਰਾਂ 13 ਸਾਲ ਦਾ ਬੱਚਾ ਸੀਗਾ। ਤਾਂ ਮੈਂ ਜੋ ਮੇਰੇ ਪਿੱਛੇ ਲੜਕਾ ਬੈਠਾ ਸੀ, ਉਸਨੇ ਬਪਤਿਸਮਾ ਲੈਣਾ ਸੀ, ਉਸ ਨੂੰ ਮੈਂ ਬਪਤਿਸਮੇ ਦਾ ਗਿਆਨ ਦਿੰਦਾ ਜਾ ਰਿਹਾ ਸੀਗਾ, ਵਚਨ ਸੁਣਾਉਂਦਾ ਜਾ ਰਿਹਾ ਸੀ। ਤਾਂ ਜਿਸ ਤਰ੍ਹਾਂ ਆਪਾਂ ਵਚਨ ਸੁਣਾ ਰਹੇ ਹੋਈਏ ਤਾਂ ਉਹਦੇ ਵਿੱਚ ਆਪਾਂ ਕਈ ਵਾਰੀ ਗੱਲ ਕਰਦੇ। ਸਕੂਟਰੀ, ਮੈਂ ਨਾ ਸਕੂਟਰੀ ਨਾ ਕੋਈ ਹੋਰ ਵੱਡੀ ਗੱਡੀ ਮੈਂ ਤੇਜ਼ ਨਹੀਂ ਚਲਾਉਂਦਾ। ਮੈਂ ਬੜੇ ਆਪਣੇ ਅੱਛੇ ਸਪੀਡ ਦੇ ਵਿੱਚ, ਘੱਟ ਸਪੀਡ ਦੇ ਵਿੱਚ ਲੈ ਕੇ ਚੱਲਦਾ, ਇੰਜੋਏ ਮੋਸ਼ਨ ਦੇ ਵਿੱਚ ਆਪਾਂ ਕਹਿ ਲਈਏ। ਤਾਂ ਮੈਂ ਲੈ ਕੇ ਜਾ ਰਿਹਾ ਸੀਗਾ। ਤਾਂ ਮੈਂ ਉਹ ਜੋ ਲੜਕਾ ਪਿੱਛੇ ਬੈਠਾ ਸੀ, ਉਸ ਨੂੰ ਵਚਨ ਸੁਣਾਉਂਦਾ ਜਾ ਰਿਹਾ ਸੀ, ਬਪਤਿਸਮੇ ਬਾਰੇ ਗਿਆਨ ਦਿੰਦਾ ਜਾ ਰਿਹਾ ਸੀ। ਤਾਂ ਉਸ ਦੌਰਾਨ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਕਰਦੇ ਹੱਥ ਦੇ ਇਸ਼ਾਰੇ ਦੇ ਨਾਲ ਵੀ ਇੱਦਾਂ ਹੋ ਗਿਆ, ਇੱਦਾਂ ਹੋ ਗਿਆ। ਤਾਂ ਮੈਂ ਇੱਕ ਹੱਥ ਨਾਲ, ਦੋਨੋਂ ਹੱਥ, ਹੈਂਡਲ ਤਾਂ ਮੇਰਾ ਦੋਨੋਂ ਹੱਥ ਨਾਲ ਫੜਿਆ ਸੀਗਾ, ਅਤੇ ਇੱਕ ਹੱਥ ਨਾਲ ਇਸ਼ਾਰਾ ਕਰਨ ਦੇ ਲਈ ਮੈंने ਹੈਂਡਲ ਛੱਡਿਆ ਅਤੇ ਮੈਂ ਉਹਨੂੰ ਇਸ਼ਾਰੇ ਨਾਲ ਸਮਝਾ ਰਿਹਾ ਸੀ। ਤਾਂ ਜੋ ਬੱਚਾ ਅੱਗੇ ਬੈਠਾ ਸੀਗਾ, ਉਸਨੇ ਕੀ ਕੀਤਾ, ਉਹ ਹੈਂਡਲ ਨੂੰ ਪਕੜ ਲਿਆ। ਉਸ ਨੂੰ ਐਂ ਲੱਗਿਆ ਕਿ ਮੈंने ਹੈਂਡਲ ਛੱਡਦਾ, ਅਤੇ ਉਸਨੇ ਹੈਂਡਲ ਨੂੰ ਪਕੜ ਲਿਆ। ਉਸਨੇ ਹੈਂਡਲ ਨੂੰ ਪਕੜ ਕੇ ਇੱਕਦਮ ਕੱਸਤਾ, ਇੱਕਦਮ ਮਤਲਬ ਕਿ ਜ਼ੋਰ ਮਾਰਤਾ ਹੈਂਡਲ ਉੱਤੇ। ਜਦੋਂ ਹੈਂਡਲ ਉੱਤੇ ਜ਼ੋਰ ਮਾਰਿਆ ਤਾਂ ਉਹ ਸਕੂਟਰੀ ਮੇਰੇ ਕੰਟਰੋਲ ਤੋਂ ਬਾਹਰ ਹੋ ਗਈ। ਮੈਂ ਬਹੁਤ ਸੰਭਾਲੀ ਸਕੂਟਰੀ, ਲੇਕਿਨ ਮੇਰੇ ਤੋਂ ਸਕੂਟਰੀ ਨਹੀਂ ਸੰਭਲੀ ਗਈ। ਔਰ ਉਸ ਦਿਨਾਂ ਦੇ ਵਿੱਚ ਬਾਰਿਸ਼ ਬਹੁਤ ਪਈ ਸੀ, ਚਿੱਕੜ ਹੋਇਆ ਪਿਆ ਸੀ। ਲੇਕਿਨ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਿ ਅਸੀਂ ਹਾਈਵੇ 'ਤੇ ਸੀਗੇ। ਸਮਾਣਾ ਰੋਡ ਕਹਿੰਦੇ ਉਸ ਨੂੰ। ਸਮਾਣਾ ਰੋਡ ਦੇ ਉੱਤੇ ਪਟਿਆਲੇ ਦਾ ਹਵਾਈ ਅੱਡਾ ਹੈ। ਹਵਾਈ ਅੱਡੇ ਦੇ ਬਿਲਕੁਲ ਓਪੋਜ਼ਿਟ ਸਾਡੇ ਨਾਲ ਇਹ ਘਟਨਾ ਵਾਪਰੀ। ਤਾਂ ਸਕੂਟਰੀ, ਜਦੋਂ ਬੱਚੇ ਨੇ ਉਹਨੂੰ ਮੂਵਮੈਂਟ ਕੀਤਾ, ਸਕੂਟਰੀ ਕੱਚੇ 'ਚ ਉਤਰ ਗਈ। ਪ੍ਰਭੂ ਦਾ ਧੰਨਵਾਦ ਕਿ ਸੜਕ ਦੇ ਉੱਪਰ ਨਹੀਂ ਗਿਰੇ, ਨਹੀਂ ਉੱਥੇ ਤਾਂ ਘੱਟੋ ਘੱਟ 120 ਦੀ ਸਪੀਡ ਤੋਂ ਥੱਲੇ ਕੋਈ ਗੱਡੀ ਨਹੀਂ ਆਉਂਦੀ।
ਲੇਕਿਨ ਅਸੀਂ ਜਦੋਂ ਥੱਲੇ ਗਿਰੇ ਤਾਂ ਮੈਂ ਜਿਸ ਤਰ੍ਹਾਂ ਆਪਾਂ ਪ੍ਰਾਰਥਨਾ ਕਰਦੇ ਹਾਂ ਗੋਡਿਆਂ ਭਾਰ ਹੋ ਗਿਆ। ਅਤੇ ਜਦੋਂ ਮੈਂ ਗੋਡਿਆਂ ਭਾਰ ਹੋਇਆ ਤਾਂ ਮੇਰੇ ਉੱਪਰ ਉਹ ਲੜਕਾ ਜਿਹੜਾ ਮੇਰੇ ਪਿੱਛੇ ਬੈਠਾ ਸੀ ਉਹ ਗਿਰ ਗਿਆ। ਉਹ ਥੋੜ੍ਹਾ ਮੁੰਡਾ ਹੈਲਥੀ ਸੀਗਾ, ਉਹ ਗਿਰਿਆ। ਅਤੇ ਜਿਹੜਾ ਬੱਚਾ ਸੀਗਾ ਉਹ ਮੇਰੇ ਅੱਗੇ ਦੀ ਨਿਕਲ ਕੇ ਅੱਗੇ ਗਿਰਿਆ, ਉਹਦਾ ਵੀ ਮੱਥਾ ਵੱਜਿਆ ਔਰ ਮੇਰਾ ਵੀ ਮੱਥਾ ਪੱਕੇ 'ਤੇ ਜਿਹੜੀ ਨੁੱਕਰ ਹੁੰਦੀ ਹੈ ਸੜਕ ਦੀ ਨੁੱਕਰ, ਜਿੱਥੋਂ ਸੜਕ ਖਤਮ ਹੋਣ ਤੋਂ ਬਾਅਦ ਕੱਚਾ ਹੋ ਜਾਂਦਾ ਉੱਥੇ ਨੁੱਕਰ ਹੁੰਦੀ ਆ, ਉਸ ਨੁੱਕਰ ਉੱਤੇ ਮੇਰਾ ਸਿਰ ਵੱਜਿਆ। ਯਾਨੀ ਕਿ ਜਿੱਦਾਂ ਆਪਾਂ ਦੰਡਵਤ ਕਰਦੇ ਹਾਂ, ਮੱਥਾ ਟੇਕਦੇ ਹਾਂ, ਉਸ ਹਿਸਾਬ ਦੇ ਵਿੱਚ ਮੈਂ ਗਿਰਿਆ। ਗੋਡੇ ਭਾਰ ਹੋ ਗਏ ਔਰ ਮੱਥਾ ਮੇਰਾ ਬਿਲਕੁਲ ਬੜੀ ਜ਼ੋਰ ਦੀ ਉਸ ਨੁੱਕਰ ਉੱਤੇ ਵੱਜਿਆ ਔਰ ਉਹ ਲੜਕੇ ਦਾ ਵੀ ਮੱਥਾ ਉਸ ਨੁੱਕਰ ਉੱਤੇ ਵੱਜਿਆ। ਔਰ ਨਹੀਂ ਸੌਰੀ, ਉਹਦਾ ਮੱਥਾ ਨੁੱਕਰ 'ਤੇ ਨਹੀਂ ਵੱਜਿਆ, ਉਹਦਾ ਮੱਥਾ ਕੱਚੇ 'ਚ ਵੱਜਿਆ। ਤਾਂ ਉਸ ਬੱਚੇ ਦੇ ਉੱਤੇ ਕੀ ਇਹਦਾ ਨਾਮ ਮੱਥੇ ਉੱਤੇ ਔਰ ਉਸ ਦੀ ਗੱਲਾਂ ਉੱਤੇ ਕਾਫੀ ਜ਼ਿਆਦਾ ਘਸੀੜ ਆ ਗਈ, ਕਾਫੀ ਬਲੱਡ ਉਸ ਤੋਂ ਵੀ ਨਿਕਲ ਰਿਹਾ ਸੀ ਔਰ ਮੇਰੇ ਮੂੰਹ ਦੇ ਉੱਤੇ ਲਹੂ ਬਹਿਣ ਲੱਗ ਗਿਆ। ਮੱਥੇ ਉੱਤੇ ਕਾਫੀ ਸੱਟ ਲੱਗੀ ਮੇਰੇ, ਔਰ ਕਾਫੀ ਇਕੱਲੀ ਵੈਸੇ ਨੋਰਮਲ ਸੱਟ ਨਹੀਂ, ਡੂੰਘੀ ਸੱਟ, ਡੂੰਘਾ ਫਟ ਗਿਆ ਅੰਦਰ ਤੋਂ। ਔਰ ਜਦੋਂ ਮੈਂ ਆਪਣੇ ਆਪ ਨੂੰ ਉੱਠਣਾ ਚਾਹਿਆ ਤਾਂ ਮੇਰੀ ਜਿਹੜੀ ਹੱਡੀ ਸੀ, ਗੋਡੇ ਦੀ ਹੱਡੀ, ਜਿਹੜੀ ਗੋਡੇ ਦੇ ਅੰਦਰ 2 ਹੱਡੀਆਂ ਹੁੰਦੀਆਂ ਜਿਹੜੇ ਕਿ ਮੂਵਮੈਂਟ ਕਰਦੇ ਆ, ਜਿਹੜੀ ਕਿ ਮੋਟੀਆਂ ਹੱਡੀਆਂ ਹੁੰਦੀਆਂ, ਉਹ ਉਹਨਾਂ 'ਚੋਂ ਇੱਕ ਹੱਡੀ ਮੇਰੀ ਟੁੱਟ ਗਈ, ਟੁੱਟ ਕੇ ਸਾਈਡ 'ਤੇ ਹੋ ਗਈ ਔਰ ਮੈਂ ਉੱਠ ਨਹੀਂ ਪਾਇਆ। ਮੈਂ ਤਾਂ ਉੱਥੇ ਹੀ ਬਹਿ ਗਿਆ ਔਰ ਮੈਂ ਪਸੀਨੇ ਨਾਲ ਉੱਪਰੋਂ ਮੈਨੂੰ ਗਰਮੀ ਬਹੁਤ ਇੱਕਦਮ ਪਸੀਨਾ ਘਬਰਾਹਟ ਨੇ ਘੇਰ ਲਿਆ ਔਰ ਪਸੀਨੇ ਨਾਲ ਮੈਂ ਭਰ ਗਿਆ ਵੀ ਇਹ ਕਿਆ ਹੋ ਗਿਆ। ਮੇਰੇ ਅੱਖਾਂ ਅੱਗੇ ਇੱਕਦਮ ਹਨੇਰਾ ਆ ਗਿਆ। ਉਹ ਬੱਚੇ ਦੇ ਫੇਸ ਉੱਤੇ ਵਿਚਾਰੇ ਦੇ ਬਲੱਡ ਵਹਿ ਰਿਹਾ ਸੀ, ਉਹ ਘਬਰਾ ਗਿਆ। ਜਿਹੜਾ ਲੜਕਾ ਮੇਰੇ ਉੱਪਰ ਗਿਰਿਆ ਸੀ ਉਸ ਦਾ ਬਚਾਅ ਹੋ ਗਿਆ, ਉਸ ਨੂੰ ਕੁਛ ਨਹੀਂ ਹੋਇਆ, ਪ੍ਰਭੂ ਦਾ ਧੰਨਵਾਦ। ਉਸ ਤੋਂ ਬਾਅਦ ਪ੍ਰਭੂ ਨੇ ਦਇਆ ਕਿਰਪਾ ਕੀਤੀ, ਮੈਨੂੰ ਹਿੰਮਤ ਦਿੱਤੀ। ਮੈਨੇ ਆਪਣਾ ਫ਼ੋਨ ਚੱਕ ਕੇ ਆਪਣੇ ਹੋਰ ਨਾਲਦਿਆਂ ਨੂੰ ਬੁਲਾਇਆ ਔਰ ਮੈਂ ਆਪਣੇ ਬੇਟੇ ਨੂੰ ਫ਼ੋਨ ਕੀਤਾ, ਉਹਨੂੰ ਬੁਲਾਇਆ, ਉਹ ਆ ਗਏ, ਸਾਰੇ ਜਣੇ ਉੱਥੇ ਇਕੱਠੇ ਹੋ ਗਏ। ਔਰ ਪ੍ਰਭੂ ਦਾ ਧੰਨਵਾਦ, ਜਿੰਨੇ ਵੀ ਲੋਕ ਜਾ ਆ ਰਹੇ ਸੀਗੇ ਹਰ ਬੰਦਾ ਪੁੱਛ ਰਿਹਾ ਸੀ, ਸਰ ਅਸੀਂ ਤੁਹਾਨੂੰ ਹੌਸਪੀਟਲ ਲੈ ਕੇ ਚੱਲੀਏ, ਸਰ ਸਾਨੂੰ ਦੱਸੋ। ਫਿਰ ਇੱਕ ਬੰਦੇ ਨੇ ਕਾਰ ਰੋਕ ਕੇ ਮੈਨੂੰ ਪਾਣੀ ਦੀ ਬੋਟਲ ਦਿੱਤੀ ਇੱਥੇ। ਪ੍ਰਭੂ ਉਹਨਾਂ ਨੂੰ ਯਿਸੂ ਮਸੀਹ ਨਾਲ ਆਸ਼ੀਸ਼ ਦੇ। ਲੇਕਿਨ ਮੈंने ਦੇਖਿਆ ਕਿ ਦੁਨੀਆ ਬਹੁਤ ਬਦਲ ਚੁੱਕੀ ਹੈ ਕਿ ਜਿਸ ਤਰ੍ਹਾਂ ਕੀ ਹੁੰਦਾ ਸੀ ਕਿ ਐਕਸੀਡੈਂਟ ਹੁੰਦਾ ਸੀਗਾ ਅਤੇ ਕੋਈ ਵੀ ਐਕਸੀਡੈਂਟ ਵਾਲੇ ਨੂੰ ਬੰਦਾ ਚੱਕਦਾ ਨਹੀਂ ਹੁੰਦਾ ਸੀ, ਉਹਦੇ ਕੋਲ ਖੜ੍ਹਦੇ ਨਹੀਂ ਹੁੰਦੇ ਸੀ, ਪਰ ਦੂਰੋਂ ਦੇਖ ਕੇ ਨਿਕਲ ਜਾਂਦੇ ਸੀ। ਲੇਕਿਨ ਨਹੀਂ, ਐਸਾ ਨਹੀਂ ਹੋਇਆ। ਮੈਨੂੰ ਹਰ ਬੰਦਾ ਆ ਕੇ ਪੁੱਛ ਰਿਹਾ ਸੀ, ਹਰ ਬੰਦਾ ਲੈ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੇਕਿਨ ਮੈਨੂੰ ਐ ਸੀ ਕਿ ਮੇਰੇ ਪਰਿਵਾਰ ਵਾਲੇ ਆ ਜਾਣ ਤਾਂ ਉਹਨਾਂ ਦੇ ਨਾਲ ਮੈਂ ਨਾਲ ਉਹ ਮੈਨੂੰ ਲੈ ਕੇ ਜਾਣ ਤਾਂ ਕਿ ਜਿੱਥੇ ਉਹ ਚਾਹਣ। ਇੱਕ ਵਾਰੀ ਇੱਕਦਮ ਡਿਸਾਈਡ ਵੀ ਨਹੀਂ ਹੋ ਪਾ ਰਿਹਾ ਸੀ ਕਿ ਕਿੱਥੇ ਜਾਣਾ, ਕਿਸ ਡਾਕਟਰ ਕੋਲ ਜਾਣਾ, ਕਿਹੜੇ ਹੌਸਪੀਟਲ ਜਾਣਾ। ਲੇਕਿਨ ਪ੍ਰਭੂ ਦੀ ਦਇਆ ਕਿਰਪਾ ਦੁਆਰਾ ਬੇਟਾ ਆਇਆ ਮੇਰਾ, ਉਸ ਨੇ ਗੱਡੀ ਮੰਗਾਈ, ਗੱਡੀ ਮੰਗਾ ਕੇ ਮੈਨੂੰ ਗੱਡੀ ਦੇ ਵਿੱਚ ਹੌਸਪੀਟਲ ਲੈ ਗਏ। ਸਾਡੇ ਪਟਿਆਲੇ ਦੇ ਵਿੱਚ ਪ੍ਰਾਈਮ ਹੌਸਪੀਟਲ ਹੈ, ਉਸ ਹੌਸਪੀਟਲ ਦੇ ਵਿੱਚ ਗਏ ਤਾਂ ਡਾਕਟਰ ਆਪਰੇਸ਼ਨ ਕਰ ਰਹੇ ਸੀਗੇ 2 ਘੰਟੇ, ਸੌਰੀ 2 ਘੰਟੇ ਨਹੀਂ ਜੀ, ਘੱਟੋ ਘੱਟ 4 ਘੰਟੇ। ਉਹਨਾਂ ਕੋਲ 2 ਆਪਰੇਸ਼ਨ ਸੀਗੇ। 4 ਘੰਟੇ ਬਾਅਦ ਡਾਕਟਰ ਨੇ ਮੇਰਾ ਐਕਸਰੇ ਚੈੱਕ ਕੀਤਾ। ਲੇਕਿਨ ਐਕਸਰੇ ਦੇਖਣ ਤੋਂ ਬਾਅਦ ਕਹਿੰਦਾ ਕਿ ਅਸੀਂ ਆਪਰੇਸ਼ਨ ਤਾਂ ਕਰ ਦਾਂਗੇ, ਲੇਕਿਨ ਇਸ ਦਾ ਨਤੀਜਾ ਸਹੀ ਹੋਏਗਾ ਜਾਂ ਗਲਤ ਸਹੀ ਹੋਏਗਾ ਇਹਦੇ ਬਾਰੇ ਅਸੀਂ ਤੁਹਾਡੇ ਨੂੰ ਪੱਕਾ ਨਹੀਂ ਕਹਿ ਸਕਦੇ। ਲੱਤ ਮੂਵ ਹੋਏਗੀ ਜਾਂ ਨਹੀਂ ਹੋਏਗੀ ਇਹਦੇ ਲਈ ਬਾਰੇ ਪੱਕਾ ਨਹੀਂ ਕਹਿ ਸਕਦੇ। ਲੇਕਿਨ ਮੇਰਾ ਪੂਰਾ ਪਰਿਵਾਰ ਘਬਰਾ ਗਿਆ ਵੀ ਇਹ ਕੀ ਗੱਲ ਹੈ। ਅਤੇ ਉਹਨਾਂ ਨੇ, ਮੈਂ ਹੌਸਪੀਟਲ ਦੇ ਵਿੱਚ ਹੀ ਹਾਂ, ਮੇਰੇ ਬੱਚੇ ਦਰ ਭਟਕ ਰਹੇ ਹੈ ਡਾਕਟਰਾਂ ਕੋਲ, ਡਾਕਟਰਾਂ ਦੀ ਸਲਾਹ ਲੈ ਰਹੇ ਹੈ, ਐਕਸਰਾ ਦਿਖਾ ਰਹੇ ਹੈ ਕਿ ਇਹ ਪੋਜੀਸ਼ਨ ਹੈ। ਤਾਂ ਬਹੁਤ ਸਾਰੇ ਡਾਕਟਰਾਂ ਨੇ ਆਪਣੀ ਅਲੱਗ ਰਾਏ ਦਿੱਤੀ। ਲੇਕਿਨ ਅਮਰ ਹੌਸਪੀਟਲ ਦੇ ਵਿੱਚ ਡਾਕਟਰ ਨਾਗਪਾਲ ਹੈ, ਮੈਂ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਨਾਲ ਆਸ਼ੀਸ਼ ਦਿੰਦਾ। ਉਹਨਾਂ ਨੇ ਮੇਰੇ ਬੇਟੇ ਨੂੰ ਕਿਹਾ ਕਿ ਜਿਸ ਤਰ੍ਹਾਂ ਤੁਹਾਡੇ ਪਾਪਾ ਦੀ ਲੱਤ ਪਹਿਲਾਂ ਮੂਵਮੈਂਟ ਹੁੰਦੀ ਸੀ ਉਸੇ ਤਰ੍ਹਾਂ ਹੀ ਮੂਵਮੈਂਟ ਹੋਏਗੀ, ਤੁਸੀਂ ਚਿੰਤਾ ਨਾ ਕਰੋ, ਤੁਸੀਂ ਆਪਣੇ ਡੈਡੀ ਨੂੰ ਮੇਰੇ ਕੋਲ ਲਿਆਓ।
ਤਾਂ ਫਿਰ ਮੈਨੂੰ ਉਹ ਉੱਥੇ ਅਮਰ ਹੌਸਪੀਟਲ ਲੈ ਗਏ ਬੱਚੇ, ਉੱਤੋਂ ਪ੍ਰਾਈਮ ਹੌਸਪੀਟਲ ਤੋਂ। ਜੋ ਉਹਨਾਂ ਦਾ ਬਣਦਾ ਪੈਸਾ ਸੀ ਐਕਸਰੇ ਵਗੈਰਾ ਦਾ, ਉਹ ਅਸੀਂ ਉਹਨਾਂ ਨੂੰ ਦੇ ਕੇ ਉੱਥੋਂ ਅਸੀਂ ਛੁੱਟੀ ਲੈ ਕੇ ਅਮਰ ਹੌਸਪੀਟਲ ਆ ਗਏ। ਅਮਰ ਹੌਸਪੀਟਲ ਡਾਕਟਰ ਨੇ ਮੈਨੂੰ ਚੈੱਕ ਕੀਤਾ। ਇਹ ਦਿਨ ਸੀਗਾ ਸ਼ਨੀਵਾਰ ਦਾ। ਸ਼ਨੀਵਾਰ ਰਾਤ ਨੂੰ ਡਾਕਟਰ ਨੇ ਮੈਨੂੰ ਚੈੱਕ ਕੀਤਾ ਅਮਰ ਹੌਸਪੀਟਲ ਵਿੱਚ। ਉਹ ਕਹਿੰਦੇ ਤੁਸੀਂ ਤੁਹਾਡਾ ਜਿਹੜਾ ਆਪਰੇਸ਼ਨ ਹੈ ਉਹ ਮੈਂ ਸੋਮਵਾਰ ਕਰਾਂਗਾ, ਸੋਮਵਾਰ ਨੂੰ ਸਵੇਰੇ ਆ ਜਾਣਾ। ਤਾਂ ਮੈਂ ਉਹ ਕਹਿੰਦੇ ਵੀ ਦੇ ਇੱਥੇ ਰਹੋਗੇ ਹੌਸਪੀਟਲ 'ਚ ਤਾਂ ਪੈਸੇ ਜ਼ਿਆਦਾ ਲੱਗेंगे। ਇੱਕ ਦਿਨ ਦਾ ਜਿਹੜਾ ਕਿਰਾਇਆ ਹਰ ਰੂਮ ਦਾ ਅਲੱਗ-ਅਲੱਗ ਹੈ। ਨੋਰਮਲ ਰੂਮ ਦਾ ਕਿਰਾਇਆ ਵੀ 7-8 ਹਜ਼ਾਰ ਰੁਪਈਆ ਇੱਥੇ। ਤਾਂ ਪ੍ਰਭੂ ਦੀ ਦਇਆ ਕਿਰਪਾ ਦੁਆਰਾ ਅਸੀਂ ਘਰ ਆ ਗਏ। ਉਹਨਾਂ ਨੇ ਮੇਰੇ ਸਪੋਰਟ ਬੰਨ੍ਹ ਦਿੱਤੀ ਤਾਂ ਕਿ ਮੈਂ ਪੈਰ ਨੂੰ ਹਿਲਾ ਸਕਾਂ, ਇੱਧਰ ਉੱਧਰ ਕਰ ਸਕਾਂ, ਪੈ ਸਕਾਂ ਆਰਾਮ 'ਤੇ। ਤਾਂ ਮੈਂ ਘਰ ਆ ਗਿਆ। ਘਰ ਆਇਆ, ਬੇਟੇ ਨੂੰ ਕਿਸੇ ਨੇ ਹੋਰ ਨੇ ਡਾਕਟਰ ਨੂੰ ਹੋਰ ਵੀ ਕਿਸੇ ਨੂੰ ਦਿਖਾਇਆ। ਉਹ ਡਾਕਟਰ ਕਹਿੰਦਾ ਵੀ ਮੈਂ ਬਿਨਾਂ ਆਪਰੇਸ਼ਨ ਤੋਂ ਠੀਕ ਕਰ ਦਾਂਗਾ। ਲੇਕਿਨ ਬੜੀ ਟੈਨਸ਼ਨ ਹੋਈ ਪਈ ਸੀ, ਡਬਲ ਮਾਈਂਡ ਹੋਏ ਪਏ ਸੀ ਵੀ ਬਿਨਾਂ ਆਪਰੇਸ਼ਨ ਤੋਂ ਵੀ ਠੀਕ ਹੋ ਜਾਏ ਤਾਂ ਚਲੋ ਪ੍ਰਭੂ ਦਾ ਧੰਨਵਾਦ। ਤਾਂ ਅਸੀਂ ਸੋਮਵਾਰ ਨੂੰ ਫਿਰ ਪਰਿਵਾਰ ਨੇ ਫੈਸਲਾ ਕੀਤਾ। ਡਾਕਟਰ ਨੇ ਸਾਨੂੰ 9 ਵਜੇ ਆਪਰੇਸ਼ਨ ਲਈ ਬੁਲਾਇਆ ਸੀ, ਲੇਕਿਨ ਅਸੀਂ 9 ਵਜੇ ਉਸ ਡਾਕਟਰ ਕੋਲ ਚਲੇ ਗਏ। ਤਾਂ ਉਸ ਡਾਕਟਰ ਨੇ ਦੇਖਿਆ ਸਾਰਾ ਕੁਝ, ਲੇਕਿਨ ਉਹ ਵੀ ਕਹਿਣ ਲੱਗਾ ਜੀ ਆਪਰੇਸ਼ਨ ਤੋਂ ਬਗੈਰ ਠੀਕ ਨਹੀਂ ਹੁੰਦਾ। ਫਿਰ ਬੱਚੇ ਕਹਿੰਦੇ ਡੈਡੀ ਆਪਾਂ ਆਪਰੇਸ਼ਨ ਹੀ ਕਰਾਉਣਾ ਤਾਂ ਫਿਰ ਉੱਥੇ ਤਾਂ ਆਪਣੀ ਤਿਆਰੀ ਵੀ ਆਪਾਂ ਉੱਥੇ ਕਿਉਂ ਨਾ ਕਰਾਈਏ। ਮੈਂ ਕਿਹਾ ਬਿਲਕੁਲ ਆਪਾਂ ਉੱਥੇ ਹੀ ਕਰਾਵਾਂਗੇ, ਚਲੋ ਚੱਲੀਏ ਆਪਾਂ ਇੱਥੋਂ। ਫਿਰ ਅਸੀਂ ਅਮਰ ਹੌਸਪੀਟਲ ਆ ਗਏ। ਅਮਰ ਹੌਸਪੀਟਲ ਦੇ ਵਿੱਚ 10 ਵਜੇ ਦੇ ਵਿੱਚ ਆਏ। ਘੱਟੋ ਘੱਟ ਜੀ ਮੇਰੇ ਖਿਆਲ 10 ਟੈਸਟ ਹੋਣੇ ਜੋ ਡਾਕਟਰ ਸਾਹਿਬ ਨੇ ਲਿਖੇ ਆਪਰੇਸ਼ਨ ਤੋਂ ਪਹਿਲਾਂ। ਤਾਂ ਅਮਰ ਹੌਸਪੀਟਲ ਦੇ ਵਿੱਚ ਹੀ 10 ਟੈਸਟ ਕਰਨੇ ਸੀ। ਉਹ 10 ਟੈਸਟਾਂ ਨੂੰ ਮੈਨੂੰ 2 ਵੱਜ ਗਏ। 2 ਜਾਂ 2:30 ਦੇ ਕਰੀਬ ਦੇ ਵਿੱਚ 10 ਟੈਸਟ ਹੋਏ। 3:30 ਵਜੇ ਦੇ ਵਿੱਚ ਉਹ 10 ਟੈਸਟਾਂ ਦੀ ਰਿਪੋਰਟ ਮਿਲੀ ਅਤੇ ਡਾਕਟਰ ਸਾਹਿਬ ਨੇ ਕਿਹਾ 4 ਵਜੇ ਪੇਸ਼ੈਂਟ ਨੂੰ ਥੀਏਟਰ ਦੇ ਵਿੱਚ ਲਿਆਓ। 4 ਵਜੇ ਅਸੀਂ ਉਹਦਾ ਆਪਰੇਸ਼ਨ ਕਰਾਂਗੇ ਔਰ ਇਸ ਨੂੰ ਕੋਈ ਖਿਲਾਣਾ ਪਿਲਾਣਾ ਨਹੀਂ, ਕੋਈ ਪਾਣੀ ਦੀ ਬੂੰਦ ਵੀ ਨਹੀਂ ਪਿਲਾਣੀ, ਪਾਣੀ ਵੀ ਨਹੀਂ ਪੀਣਾ। ਸਾਰਾ ਦਿਨ ਕਦੇ ਕਿਹੜੇ ਡਾਕਟਰ ਕੋਲ ਟੈਸਟ ਕਰਾ ਰਿਹਾ, ਕਦੇ ਕਿਹੜੇ ਕੋਲ ਕਰਾ ਰਿਹਾ। ਉੱਪਰ ਮੈਨੂੰ ਭੁੱਖ ਲੱਗ ਰਹੀ, ਉੱਪਰ ਪਿਆਸ ਲੱਗ ਰਹੀ, ਬੜਾ ਪਰੇਸ਼ਾਨ ਮੈਂ। ਉੱਪਰੋਂ ਦਰਦ ਬਹੁਤ ਜ਼ਿਆਦਾ। ਤਾਂ ਪ੍ਰਭੂ ਦੀ ਦਇਆ ਕਿਰਪਾ ਦੁਆਰਾ 4 ਵਜੇ ਮੈਨੂੰ ਥੀਏਟਰ 'ਚ ਲਿਜਾਇਆ ਗਿਆ। ਪਲੀਜ਼ ਥੋੜ੍ਹੀ ਦੇਰ ਮੈਨੂੰ ਬਰਦਾਸ਼ਤ ਕਰ ਲਿਓ ਤਾਂ ਕਿ ਮੈਂ ਤੁਹਾਨੂੰ ਦੱਸ ਸਕਾਂ ਕਿ ਸਾਰੀ ਗੱਲਬਾਤ ਹੋਈ ਕੀ ਹੈ। ਉਸ ਤੋਂ ਬਾਅਦ ਕੀ ਹੋਇਆ, ਮੇਰੀ ਰੀੜ੍ਹ ਦੀ ਹੱਡੀ ਦੇ ਵਿੱਚ ਇੰਜੈਕਸ਼ਨ ਲਗਾ ਦਿੱਤਾ ਗਿਆ। 8-10 ਡਾਕਟਰ ਮੇਰੇ ਆਪਰੇਸ਼ਨ ਦੇ ਲਈ ਆ ਗਏ, ਜਿਨ੍ਹਾਂ ਨੇ ਮੇਰਾ ਆਪਰੇਸ਼ਨ ਕਰਨਾ ਸ਼ੁਰੂ ਕਰ ਦਿੱਤਾ। ਦੋਨੋਂ ਹੱਥ ਮੇਰੇ ਸਾਈਡਾਂ ਦੇ ਉੱਤੇ ਬੰਨ੍ਹ ਦਿੱਤੇ ਗਏ, ਜਿਨ੍ਹਾਂ ਦੇ ਉੱਤੇ ਕਿਸੇ ਬਲੱਡ ਪ੍ਰੈਸ਼ਰ ਦਾ ਕੁਛ ਲਾਇਆ ਸੀ, ਕਦੇ ਕੁਝ, ਮਤਲਬ ਕਿ ਹਰ ਕੁਛ ਮਸ਼ੀਨਾਂ ਹੀ ਲਾਈਆਂ ਹੋਈਆਂ ਸੀਗੀਆਂ ਅਲੱਗ-ਅਲੱਗ ਹੱਥਾਂ ਦੀ। ਉਸ ਤੋਂ ਬਾਅਦ ਮੇਰੀ ਛਾਤੀ ਦੇ ਉੱਤੇ ਬਹੁਤ ਜ਼ਿਆਦਾ ਇੱਕ ਵੇਟ ਵਾਲਾ ਕੱਪੜਾ, ਮੋਟਾ ਕੱਪੜਾ ਹਾਈਟ ਵਾਲਾ, ਤਾਂ ਕਿ ਮੈਂ ਉਹਨਾਂ ਨੂੰ ਡਾਕਟਰ ਸਾਹਿਬ ਵੱਲ ਨੂੰ ਮੈਂ ਦੇਖ ਨਾ ਸਕਾਂ ਜਿਹੜੇ ਆਪਰੇਸ਼ਨ ਕਰ ਰਹੇ। ਇਸ ਤਰ੍ਹਾਂ ਸੀਗਾ। ਔਰ ਮੇਰਾ ਪੂਰਾ ਜਿਹੜਾ ਲੋਅਰ ਪੋਰਸ਼ਨ ਸੀਗਾ ਉਹ ਸਾਰਾ ਸੁੰਨ ਹੋ ਚੁੱਕਿਆ ਸੀ ਔਰ ਮੈਨੂੰ ਮਹਿਸੂਸ ਹੋ ਰਿਹਾ ਸੀ, ਲੇਕਿਨ ਕੋਈ ਦਰਦ ਨਹੀਂ ਹੋ ਰਿਹਾ ਸੀ, ਕੁਛ ਵੀ ਨਹੀਂ ਹੋ ਰਿਹਾ। ਪਤਾ ਲੱਗ ਰਿਹਾ ਸੀ ਵੀ ਕੁਛ ਹੋ ਰਿਹਾ ਮੇਰੇ ਉੱਥੇ। ਇਸ ਦੌਰਾਨ ਮੇਰਾ ਧਿਆਨ ਉੱਪਰ ਸੀਗਾ, ਅੱਖਾਂ ਮੇਰੀ ਉੱਪਰ ਸੀਗੀਆਂ। ਮੈਂ ਪ੍ਰਭੂ ਨੂੰ ਧਿਆ ਰਿਹਾ ਸੀ, ਪ੍ਰਾਰਥਨਾ ਕਰ ਰਿਹਾ ਸੀ। ਲੇਕਿਨ ਉਸ ਦੌਰਾਨ ਪ੍ਰਭੂ ਨੇ ਮੈਨੂੰ ਦਰਸ਼ਨ ਦਿੱਤੇ। ਸੱਚਮੁੱਚ ਮੈਨੂੰ ਪ੍ਰਭੂ ਨੇ ਦਰਸ਼ਨ ਦਿੱਤੇ। ਵਚਨ 'ਚ ਲਿਖਿਆ ਕਿ ਦਰਸ਼ਨ ਖੁੱਲ੍ਹੀ ਅੱਖਾਂ ਨਾਲ ਦੇਖਿਆ ਜਾਂਦਾ ਹੈ। ਮੇਰੀ ਅੱਖਾਂ ਖੁੱਲ੍ਹੀਆਂ ਸੀ ਤਾਂ ਦਰਸ਼ਨ ਇਹ ਮੇਰੀ ਖੁੱਲ੍ਹੀ ਅੱਖਾਂ ਨੇ ਦਰਸ਼ਨ ਦੇਖੇ। ਉਹ ਜਿਹੜਾ ਸੁਪਨਾ ਹੁੰਦਾ ਹੈ ਉਹ ਸੌ ਕੇ ਆਉਂਦਾ, ਨੀਂਦ ਆਉਂਦਾ, ਅੱਖ ਮੀਚ ਕੇ ਆਉਂਦਾ ਸੁਪਨਾ।
ਮੀਚੀ ਅੱਖ ਨਾਲ ਸੁਪਨਾ ਦੇਖਿਆ ਜਾਂਦਾ, ਲੇਕਿਨ ਹੁਣ ਦਰਸ਼ਨ ਜੋ ਪਰਮੇਸ਼ਵਰ ਦਾ ਮੈਨੂੰ ਦਿਖਿਆ ਉਹ ਕਿਸ ਤਰ੍ਹਾਂ ਦਿਖਿਆ। ਜਿਸ ਲੱਤ ਦੇ ਵਿੱਚ ਮੇਰਾ ਸੱਜੀ ਲੱਤ ਦਾ ਆਪਰੇਸ਼ਨ ਹੋ ਰਿਹਾ ਸੀ, ਸੱਜੀ ਲੱਤ ਦੇ ਜਿੱਥੇ ਡਾਕਟਰ ਆਪਰੇਸ਼ਨ ਕਰ ਰਿਹਾ ਸੀ, ਡਾਕਟਰ ਦੇ ਉੱਪਰਲੀ ਸਾਈਡ ਹਾਈਟ 'ਤੇ ਉੱਪਰ ਮੇਰਾ ਧਿਆਨ ਸੀਗਾ। ਉੱਪਰ ਪ੍ਰਭੂ ਯਿਸੂ ਮਸੀਹ ਆਏ, ਉਹਨਾਂ ਨੇ ਮੈਨੂੰ ਸਮਾਈਲ ਦਿੱਤੀ। ਤੁਸੀਂ ਇਹ ਦੇਖੋ, ਜਿਸ ਬੰਦਾ ਦਾ ਆਪਰੇਸ਼ਨ ਹੋ ਰਿਹਾ ਹੋਵੇ ਉਸ ਜਗ੍ਹਾ 'ਤੇ ਉਹ ਬੰਦਾ ਹੱਸ ਸਕਦਾ? ਨਹੀਂ ਹੱਸ ਸਕਦਾ। ਲੇਕਿਨ ਜਦੋਂ ਉਹਨਾਂ ਨੇ ਮੇਰੇ ਅੱਖਾਂ ਦੇ ਵਿੱਚ ਅੱਖਾਂ ਪਾਈਆਂ ਔਰ ਮੇਰਾ ਧਿਆਨ ਉਹਨਾਂ ਦੇ ਉੱਪਰ ਗਿਆ, ਮੇਰੀ ਅੱਖਾਂ ਉਹਨਾਂ ਦੇ ਵਿੱਚ ਅੱਖਾਂ 'ਚ ਪਈਆਂ, ਤਾਂ ਮੈਨੂੰ ਵੀ ਹੱਸੀ ਆਈ, ਮੈਂ ਵੀ ਸਮਾਈਲ ਦਿੱਤੀ ਉਹਨਾਂ ਨੂੰ। ਤਾਂ ਜਿਸ ਤਰ੍ਹਾਂ ਇੱਕ ਬਾਪ ਆਪਣੇ ਬੇਟੇ ਕੋਲ ਆਉਂਦਾ ਹੈ ਔਰ ਬੇਟਾ ਉਸ ਨੂੰ ਸਮਾਈਲ ਦਿੰਦਾ ਔਰ ਬਾਪ ਉਸ ਨੂੰ ਸਮਾਈਲ ਦਿੰਦਾ ਹੈ, ਬਸ ਇੰਨਾ ਕੁ। ਔਰ ਮੇਰੀ ਅੱਖ ਝਪਕੀ ਜਦ ਹੀ ਚਲੇ ਗਏ। ਤਾਂ ਮੈਂ ਦੇਖਿਆ, ਮੈਂ ਕਿਹਾ ਕਿ ਕੌਣ ਆਏ ਸੀਗੇ, ਅਤੇ ਮੇਰੇ ਅੰਦਰ ਬੜੀ ਖੁਸ਼ੀ ਆ ਗਈ, ਆਨੰਦ ਆ ਗਿਆ। ਲੇਕਿਨ ਵਚਨ ਯਾਦ ਆ ਰਿਹਾ ਸੀ, ਡਰ ਨਾ, ਮੈਂ ਤੇਰੇ ਨਾਲ ਹਾਂ, ਮੈਂ ਤੇਰਾ ਬਚਾने वाला यहोवा है, सर्वशक्तिमान परमेश्वर है। क्योंकि ਜਦੋਂ वचन आ गया, क्योंकि परमेश्वर वचन द्वारा गल करते हैं, क्योंकि परमेश्वर खुद वचन है, वो आत्मा है। लेकिन उन्होंने अनुग्रह कृपा, क्योंकि आत्मा दिखती है ने, कुछ आत्मा दिखती है, मैंने आत्मा के बारे भी ज्ञान दिता है, स्वर्गदूतों बारे उस दे विच दस्सिया सी कि कुछ आत्मा दिखदियाँ कुछ नहीं दिखदियाँ। लेकिन परमेश्वर जिन्हां पर अनुग्रह कृपा करते हैं, जिस तरह संत मूसा पर अनुग्रह कृपा की सी कि मूसा परमात्मा नूं देख सके, लेकिन सचमुच परमात्मा ने इस दुख की घड़ी दे विच मैनूं अपना दर्शन दिता और मैनूं दस्सिया कि डरना, मैं तेरे नाल है। और सचमुच मैं उदों दा उस वक्त दी मेरे चेहरे उत्ते आ तुसीं देख लिओ, बहुत रौनक है, बहुत तेज है, बहुत परमेश्वर की खुशी, बहुत परमेश्वर का आनंद है। नहीं तो जिस बंदे का एडा बड़ा ऑपरेशन होया होवे, जिस बंदे दे एडी वड्डियां सट्टां लगियां हुई होण, वो तो मैं बेचारा काम के बोझ का मारा, मुझे चाहिए टॉनिक सिंकारा, ऐसा मनु नहीं बना दिता प्रभु ने। कोई बोझ नहीं, कोई कुछ नहीं, लेकिन एक गल जरूर प्रभु ने मेरे मन च पाई है कि ये जिहड़ा तेरा एक्सीडेंट है तेरे हानि दे लई नहीं है, तेरे लाभ दे लई है। इहदे विच परमात्मा ने मेरा बहुत बड़ा फ़ायदा किया है। लेकिन ये सारी गल्लां आत्मिक है। देखने वाले नूं हुंदा है कि बंदे दा एक्सीडेंट हो गया, अजकल लॉकडाउन का समय चल रहा है, कामकार है नहीं, पैसा नहीं हैगा, ऑपरेशन के उपर कितना पैसा लग गया, लेकिन कमाई है नहीं, खर्चा चल रहा, और अगे भी कितनी देर लिए बैड के उपर पेगा। लेकिन नहीं, मैं सच कह रहा जी, मैंने किसी भी चीज़ की टेंशन नहीं है। क्यों नहीं टेंशन? क्योंकि सर्वशक्तिमान परमात्मा मेरे नाल है, सचमुच मेरे नाल है। लेकिन मैं प्रभु ने कहा, प्रभु जी मैं तुहाडे कलाम नूं तुहाडे लोकां तक पहुँचाना है, मैनूं होर बल शक्ति ताकत दो, मैनूं होर तंदुरुस्ती बख्शो, ताकि मैं इत्थे बह के भी तुहाडी सेवा करा। ये नहीं है कि मैं जदों चंगा होऊंगा, जो ठीक होऊंगा, उदों प्रभु की सेवा करांगे, उदों आपां वचन अपने विच पावांगे, यूट्यूब च पावांगे। लेकिन नहीं, प्रभु ने दया किरपा की, तो इस तरह मैं तुहाडे सबना नाल रूबरू है। और मैनू 2 दिन हॉस्पिटल दे विच रहन तो बाद मैनू छुट्टी दे दी गई, और अज मैं इस वक्त अपने घर दे विचों तुहाडे सबना दे नाल प्रभु यीशु मसीह नाल च लाइव होया, प्रभु यीशु मसीह दे वसीले लाइव होया। मेरे विच अपनी कोई खूबी लियाकत, कोई ताकत नहीं है कि मैं अपने आप ही तुहाडे सामने आ सकां, नहीं। सचमुच
ਮੈਂ ਇਸ ਤਰ੍ਹਾਂ ਲੰਬਾ ਪੈ ਕੇ ਇਸ ਤਰ੍ਹਾਂ ਸਟਾਈਲ ਜਿਹਾ ਮਾਰ ਕੇ ਮੱਥੇ 'ਤੇ ਰੁਮਾਲ ਬੰਨ੍ਹ ਕੇ ਨਹੀਂ, ਅਸੀਂ ਪਰਮਾਤਮਾ ਦੇ ਲੋਕ ਹੈ, ਅਸੀਂ ਐਸੇ ਕੰਮ ਨਹੀਂ ਕਰ ਸਕਦੇ। ਲੇਕਿਨ ਮੈਂ ਆਪਣੀ ਮਜਬੂਰੀ ਦੇ ਕਰਕੇ ਆਪਣੇ ਮੱਥੇ ਉੱਤੇ ਰੁਮਾਲ ਬੰਨ੍ਹਿਆ, ਕਿਉਂਕਿ ਮੇਰੇ ਮੱਥੇ ਉੱਤੇ ਟਾਂਕੇ ਲੱਗੇ ਹੋਏ ਆ, ਮੇਰੇ ਮੱਥੇ 'ਤੇ ਪੱਟੀਆਂ ਲੱਗੀਆਂ ਹੋਈਆਂ, ਅਤੇ ਉਹਨਾਂ ਦੇ ਉੱਪਰ ਰੁਮਾਲ ਬੰਨ੍ਹਿਆ ਤਾਂ ਕਿ ਫੇਸ ਭੈੜਾ ਜਿਹਾ ਨਜ਼ਰ ਨਾ ਆਵੇ। ਸੋ ਪ੍ਰਭੂ ਦੀ ਦਇਆ ਕਿਰਪਾ ਦੁਆਰਾ ਯਿਸੂ ਦਾ ਕਲਾਮ ਲੈ ਕੇ ਆਏ ਹਾਂ, ਯਿਸੂ ਦਾ ਸਲਾਮ ਲੈ ਕੇ ਆਏ ਹਾਂ। ਯਿਸੂ ਦਾ ਕਲਾਮ ਲੈ ਕੇ ਆਇਆ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੁਆਰਾ। ਸੋ ਆਪਾਂ ਹੁਣ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਪ੍ਰਭੂ ਦੇ ਵਚਨਾਂ ਦੇ ਵਿੱਚ ਚੱਲਾਂਗੇ, ਜੋ ਪਰਮੇਸ਼ਵਰ ਨੇ ਇਸ ਨੌਕਰ ਨੂੰ ਮੇਰੇ ਲਈ ਵੀ ਔਰ ਤੁਹਾਡੇ ਸਭਨਾਂ ਦੇ ਲਈ ਆਤਮਾ ਦੀ ਖੁਰਾਕ ਦਿੱਤੀ ਹੈ, ਤਾਂ ਕਿ ਅਸੀਂ ਇਸ ਖੁਰਾਕ ਨੂੰ ਖਾ ਕੇ ਬਲਵੰਤ ਹੋਈਏ ਔਰ ਪਰਮੇਸ਼ਵਰ ਦੇ ਰਾਜ ਲਈ ਪ੍ਰਭੂ ਯਿਸੂ ਮਸੀਹ ਨਾਲ ਤਿਆਰ ਹੋਈਏ। ਸੋ ਪ੍ਰਭੂ ਨੇ ਵਚਨ ਦਾ ਟਾਈਟਲ ਹੈ ਜੋ ਪਰਮਾਤਮਾ ਨੇ ਮੈਨੂੰ ਦਿੱਤਾ ਹੈ, ਯਿਸੂ ਮਸੀਹ ਵਿੱਚ ਵਧੋ ਔਰ ਯਿਸੂ ਮਸੀਹ ਦੇ ਵਿੱਚ ਉન્નਤੀ ਪਾਓ। ਇਹ ਟਾਈਟਲ ਹੈ ਵਚਨ ਦਾ ਜੋ ਪ੍ਰਭੂ ਨੇ ਮੈਨੂੰ ਦਿੱਤਾ ਹੈ। ਸੋ ਵਚਨ ਨੂੰ ਸਟਾਰਟ ਕਰਨ ਤੋਂ ਪਹਿਲਾਂ ਆਪਾਂ ਛੋਟੀ ਪ੍ਰੇਅਰ ਕਰਦੇ ਹਾਂ, ਪ੍ਰਾਰਥਨਾ ਕਰਦੇ ਹਾਂ, ਕਿਉਂਕਿ ਪ੍ਰਭੂ ਨੇ ਵੀ ਕਿਹਾ ਤੂੰ ਮੇਰੇ ਤੋਂ ਬਗੈਰ ਕੁਛ ਨਹੀਂ ਕਰ ਸਕਦਾ। ਵਚਨ 'ਚ ਲਿਖਿਆ ਤਾਂ ਅਸੀਂ ਪਰਮਾਤਮਾ ਤੋਂ ਬਗੈਰ ਕੁਛ ਨਹੀਂ ਕਰ ਸਕਦੇ। ਸਾਡੇ ਅੰਦਰ ਆਪਣੀ ਕੋਈ ਖੂਬੀ ਲਿਆਕਤ ਤਾਕਤ ਹੈ ਹੀ ਨਹੀਂ। ਇਸ ਲਈ ਆਪਾਂ ਪ੍ਰਾਰਥਨਾ ਕਰਦੇ ਹਾਂ। ਪਲੀਜ਼ ਸਾਰੇ ਜਣੇ, ਸਾਰੇ ਭੈਣ ਭਾਈਓ ਆਪਣੀ ਅੱਖਾਂ ਨੂੰ ਬੰਦ ਕਰੋ। ਸੋ ਲੈट्स प्रे। हालेलुया। धन्यवाद सामर्थ्य पिता परमेश्वर, आपका धन्यवाद, आपकी बड़ाई, आपकी महिमा। सामर्थ्य पिता परमेश्वर धन्यवाद, जिंदा परमेश्वर धन्यवाद, पवित्र आत्मा जी, प्रभु यीशु मसीह नासरी जी आपका धन्यवाद, आपकी बड़ाई, आपकी महिमा। पवित्र आत्मा जी जदों कि मैं तुहाडे अनुग्रह, तुहाडी किरपा द्वारा प्रभु जी हालेलुया तुहाडे पाक और पवित्र लोगों के नाल लाइव होया प्रभु जी, ताकि मैं परमेश्वर तुहाडी गवाही हालेलुया तुहाडे लोगों तक पहुँचा दी है। परमेश्वर तुहाडा दर्शन तुहाडे लोगों तक पहुँचा दिता है प्रभु जी, कि तुसी मैनू किस कदर दर्शन दिता है। हालेलुया। ओ सर्वशक्तिमान परमेश्वर तुहाडी चंगाई जो तुसी मेरे जीवन दे विच कर दिती है, मैं ऐलान कर दिता है यीशु मसीह नाम च कि सर्वशक्तिमान परमात्मा ने मैनू भला चंगा कर दिता है यीशु मसीह नाम च। धन्यवाद, तेरी वडियाई, तुहाडी महिमा हो। और मैनू हुक्म दिता है कि अपनी मंजी चुक और चल फिर यीशु मसीह नाम च। हालेलुया। धन्यवाद पवित्र आत्मा जी, तुहाडी वडियाई, तुहाडी महिमा हो। और सर्वशक्तिमान परमेश्वर तुसी मैनू इसलिए भेजा ताकि मैं खेदित मन वालियां नू हालेलुया चंगा करा प्रभु जी, और कैदियों नू प्रचार करा परमेश्वर, ताकि पवित्र आत्मा जी बहुत सारे प्राणा नू तुहाडे पाक और पवित्र चरनां च लिया सकां। धन्यवाद प्रभु जी तुहाडी इस अनुग्रह किरपा दे लई, तुहाडा धन्यवाद ते वडियाई तुहाडी महिमा। पवित्र आत्मा जी जिन्ने भी लोग इस भैन भाई इस वक्त तुहाडे पाक और पवित्र वचन नू सुन रहे हैं, होर जो अगे सुननगे, जो होर अगे नाल अटैच होणगे, इन्हां सबनां नू प्रभु यीशु मसीह नाम आशीष दिंदे। पवित्र आत्मा जी वचन जो तुसी मैनू दिते हैं, ये वचन तुसी अपने लोगों तक तुसी आप पहुँचाओ। पवित्र आत्मा जी तुसी मेरे विच हो के तुसी अपने लोगों नाल आप गलबात करो प्रभु जी। मैनू तुसी आदर दा भांडा बनाओ प्रभु जी, ताकि परमेश्वर मालक दे काम आवां प्रभु जी, मालक दे काम आवां यीशु मसीह दे नाच मालक दे काम। धन्यवाद पिता तुहाडी वडियाई, तुहाडी महिमा। पवित्र आत्मा जी सारे भैन भाइयों नू जो सुन रहे हैं, जो सुननगे, सबनां नू सुनने वाले कंन दो प्रभु जी। और पवित्र आत्मा जी वचनां नू संभाल के रखन वाला मन दो यीशु मसीह नाम। धन्यवाद हो, तुहाडी वडियाई होवे, तुहाडी महिमा हो, तुहाडी आराधना। बाकी दे रहिंदे समय नू तुहाडे जोरावर हत्थां 'ਚ छोटी बेनती प्रार्थना
प्रभु यीशु मसीह नाम च मंगदे, सुनो कबूल करो। आमीन आमीन। हालेलुया हालेलुया। धन्नवाद अज दे सुंदर समय लिए, धन्नवाद। सचमुच मैं बहुत ब्लैसड है, मैं बहुत खुश हाँ, मैं बहुत आनंद है, क्योंकि परमेश्वर का आनंद, परमेश्वर की खुशी मेरा बल, मेरी शक्ति है। धन्नवाद प्रभु ने मैनू, प्रभु यीशु मसीह ने, प्रभु जी उन्होंने अपना आनंद, अपनी खुशी मेरे अंदर भर दी। उन्होंने अपना बल, अपनी शक्ति मेरे अंदर भर दी। हालेलुया। धन्नवाद प्रभु का, धन्नवाद। सो वचन च, कलाम च प्रभु ने कहा, प्रभु परमेश्वर ने आदम नू हुक्म दिता कि बाग दे जिन्ने पेड़ हैं तुसी ये सारे पेड़ों के फल खा सकते हो। जदों प्रभु ने आदम और हवा नू बनाया, बनाने तो बाद जदों उन्होंने अदन की वाटिका दे विच उन्हां नू छड्डिया, ये उस वक्त की गल है, ये उस वक्त का दृश्य है। तो जदों प्रभु परमेश्वर ने आदम और हवा नू हुक्म दिता कि बाग दे जिन्ने भी पेड़ हैं तुसी ये सारे पेड़ों के फल खा सकते हो। सो प्रभु ने उत्पत्ति की किताब आप खोलांगे, वचन 2 अध्याय 16 और 17 वचन पढ़ांगे। प्लीज़ तुसी मेरे नाल उत्पत्ति की किताब 2 अध्याय 16 और 17 वचन खोलो और मैं पढ़दा, मैं थोड़ी अगवाई करदा वचन अनुसार। हालेलुया। और यहोवा परमेश्वर ने आदम को ये आज्ञा दी, सर्वशक्तिमान परमेश्वर ने आदम नू ये आज्ञा दी, तू वाटिका के सब वृक्षों का फल बिना खटके खा सकता है। क्या बात है। पर आ गया पर भले या बुरे के ज्ञान का जो वृक्ष है उसका फल तू कभी ना खाना। क्यों ना खाना जी, केड़ी गल्लों ना खाना? तो प्रभु दस रहे हैं, क्योंकि जिस दिन तू उसका फल खाएगा उसी दिन अवश्य मर जाएगा। किस देह च? नहीं, आत्मा च। देह तो जिंदी रहिंदी है, लेकिन हुक्म ना मनने तो बाद मरदा की है, आत्मा मर जाती। ये प्रभु ने आदम नू हुक्म दिता सी। भले और बुरे दा जो पेड़ सी वो भी इंसान दे लई बनाया गया सी, क्योंकि अदन की वाटिका दे विच जिहड़ा पेड़ लगे सी, क्योंकि सारे पेड़ों के फल वो खा सकता सी, लेकिन जिहड़ा भले और बुरे दे ज्ञान का पेड़ सी वो भी आदम उन्हां दे लई ही सी, आदम और हवा दे लई ही सी। क्योंकि परमेश्वर ने ऐसा कुछ नहीं सिरजिया सी उत्थे जो उसदे लई, मतलब आदम दे लई लाभदायक ना होवे। ऐसी कोई भी चीज़ नहीं उत्थे बनाई, ऐसा कोई भी पेड़ उत्थे नहीं सिरजा गया सी जिहड़ा आदम दे लई लाभदायक ना होवे, कि आदम नूं इत्थों लाभ ना मिले, भी इस पेड़ तो आदम नूं नुकसान मिलेगा। नहीं, ऐसा कुछ नहीं सीगा। ऐसा लगदा है ये भले और बुरे दरख्त का जो फल सी वो सख्त किस्म का भोजन सी। कैसा भोजन सी? सख्त किस्म का भोजन सी वो, जिहड़ा परमेश्वर आदम नूं उस वेले खिलाउणा नहीं चाहता सी। जदों आदम उस फल दे लायक बन जावे उस वेले खिलाना चाहते सी परमेश्वर,
ਵੀ ਆਦਮ ਇਹ ਫਲ ਦੇ ਇਸ ਪੇੜ ਦੇ ਲਾਇਕ ਬਣ ਜਾਵੇ, ਆਦਮ ਔਰ ਹਵਾ, ਫਿਰ ਇਹ ਪੇੜ ਦਾ ਫਲ ਆਦਮ ਔਰ ਹਵਾ ਨੂੰ ਖਿਲਾਵਾਂਗੇ। ਕਿਉਂਕਿ ਉਸ ਦਰਖਤ ਦੇ ਉੱਤੇ ਸਖਤ ਕਿਸਮ ਦਾ ਭੋਜਨ ਸੀਗਾ, ਸਖਤ ਕਿਸਮ ਦਾ ਫਲ ਸੀਗਾ। ਪਰਮੇਸ਼ਵਰ ਚਾਹੁੰਦੇ ਸੀ ਕਿ ਆਦਮ ਉਸ ਪੇੜ ਦਾ ਫਲ ਉਸ ਵੇਲੇ ਖਾਵੇ ਜਦੋਂ ਉਹ ਅੰਦਰੋਂ ਮਜ਼ਬੂਤ ਹੋ ਜਾਵੇ, ਜਦੋਂ ਉਹ ਅੰਦਰੋਂ ਮਜ਼ਬੂਤ ਹੋ ਜਾਵੇ। ਪਰਮੇਸ਼ਵਰ ਦੀ ਦੇਖਣ ਦੀ ਸ਼ਕਤੀ ਕਿੱਥੇ ਹੈ? ਅੰਦਰ। ਪ੍ਰਭੂ ਕਹਿੰਦੇ ਮੈਂ ਯਹੋਵਾ ਮਨਾਂ ਨੂੰ ਜਾਂਚਣ ਵਾਲਾ ਪਰਮੇਸ਼ਵਰ ਹੈ। ਮਨੁੱਖ ਤਾਂ ਬਾਹਰੀ ਰੂਪ ਦੇਖਦਾ ਹੈ, ਲੇਕਿਨ ਜਿਸ ਤਰ੍ਹਾਂ ਤੁਸੀਂ ਮੈਨੂੰ ਦੇਖ ਰਹੇ ਹੋ, ਮਨੁੱਖ ਦਾ ਬਾਹਰੀ ਰੂਪ ਦੇਖਦਾ ਹੈ, ਲੇਕਿਨ ਮੈਂ ਯਹੋਵਾ ਮਨ ਨੂੰ ਜਾਂਚਦਾ, ਮੈਂ ਅੰਦਰੂਨੀ ਇਨਸਾਨ ਨੂੰ ਜਾਂਚਦਾ। ਅੰਦਰੂਨੀ ਇਨਸਾਨ क्या है? मन। सब तो ज़्यादा प्रभु ने की किया अपने मन की चौकसी कर। क्यों 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 कर बई? क्योंकि जीवन का मूल स्रोत मन चो निकलता है। इस करके परमेश्वर ने उसदे अंदरूनी इंसान नूं देखा ताकि उसका अंदरूनी इंसान जो आदम उस फल के लायक बन जाए, उसका अंदरूनी इंसान उस फल खाण के लायक बन जाए। परमेश्वर चाहते थे कि आदम उस पेड़ का फल उस वेले खावे जदों अंदरों मजबूत हो जाए, ठीक है, ਜਾਂ उसनूं भले और बुरे का ज्ञान हो जाए, जदों उसनूं भले और बुरे का ज्ञान हो जाए। सख्त भोजन उन्हां दे लई नहीं हुंदा है जिन्हां ने पूरी उम्र का आनंद मान लिया होवे। सख्त भोजन उन्हां लई हुंदा है जिन्हां ने पूरी उम्र का आनंद मान लिया हो। सख्त भोजन उन्हां लई हुंदा है, लेकिन आदम ने उस वेले पूरी उम्र का आनंद नहीं माणिया सी। आदम ने उस वेले पूरी उम्र का आनंद नहीं माणिया सी और आदम ने वो सख्त भोजन खा लिया सी। लेकिन कलाम दे विच दस्सिया कि सख्त भोजन उन्हां नूं खिलाया जांदा है जिहड़ी पूरी उम्र का आनंद मान लैंदे। और आदम ने उस वेले सख्त भोजन खा लिया सी, इसलिए आदम नूं की होया? मरना पिया। कादे विच? आत्मा दे विच। लेकिन परमेश्वर की योजना कुछ होर सी। परमेश्वर की योजना कुछ होर सी। परमेश्वर की योजना सी कि इंसान पहले जीवन का पेड़ का फल खावे ताजो इंसान जीवन की कद काठी तक पहुँच जाए। पहले जीवन के पेड़ का फल खावे ताकि इंसान जीवन की कद काठी तक पहुँच जाए। फिर जीवन तो बाद फिर भले और बुरे के ज्ञान का फल खावे। जीवन तो बाद फिर भले और बुरे के ज्ञान का फल खावे। फिर इस तो बाद जदों आपां संत पतरस की किताब पढ़ांगे, पहला पतरस 2 वचन पढ़ते आपां। प्लीज़ तुसी मेरे नाल ये वचन नूं बाइबल द्वारा रीड करो। वचन खोलो, पहला पतरस 2:2। कलाम च लिखा, नए जन्मे हुए बच्चों के समान निर्मल और आत्मिक दूध की लालसा करो। जीवन तक पहुँचने के लिए कादी लालसा कर रहे हैं? निर्मल और आत्मिक दूध की लालसा, लाइट भोजन, ताकि उसके द्वारा उद्धार पाने के लिए
बढ़ते जाओ, ताकि उसमें उद्धार पाने के लिए बढ़ते जाओ। क्यों बढ़ते जाओ जी? किस गल्लों? क्योंकि तुमने प्रभु की कृपा का स्वाद चख लिया है। क्या बात है। ਜਦੋਂ ਇਨਸਾਨ ਜੀਵਨ ਦੀ ਕੱਦ ਕਾਠੀ ਤੱਕ ਪਹੁੰਚ ਜਾਂਦਾ ਹੈ ਤਾਂ ਫਿਰ ਉਹ ਪਰਮੇਸ਼ਵਰ ਦੀ ਕਿਰਪਾ ਦਾ ਸਵਾਦ ਚੱਖ ਲੈਂਦਾ ਹੈ। ਜਿਸ ਤਰ੍ਹਾਂ ਇਸ ਨੌਕਰ ਨੇ ਪਰਮੇਸ਼ਵਰ ਦੀ ਕਿਰਪਾ ਦਾ ਸਵਾਦ ਚੱਖਿਆ ਹੋਇਆ ਹੈ ਯਿਸੂ ਮਸੀਹ ਨਾਲ। ਕਿਉਂਕਿ ਜਦੋਂ ਤੱਕ ਅਸੀਂ ਸਵਾਦ ਨਾ ਚੱਖੀਏ, ਕੁਝ ਖਾਈਏ ਨਾ, ਉਦੋਂ ਤੱਕ ਉਸ ਟਾਈਮ ਤੱਕ ਸਾਨੂੰ ਪਤਾ ਨਹੀਂ ਲੱਗਦਾ कि किस चीज़ का टेस्ट कैसा है। ਜਦੋਂ ਤੱਕ ਭਲੇ ਔਰ ਬੁਰੇ ਦੇ ਗਿਆਨ ਦੇ ਦਰਖਤ ਦਾ ਫਲ ਹਵਾ ਨੇ ਨਹੀਂ ਖਾਧਾ ਸੀ, ਉਦੋਂ ਤੱਕ ਉਹਨੂੰ ਉਹਦਾ ਸਵਾਦ ਨਹੀਂ ਪਤਾ ਸੀ। ਜਦੋਂ ਉਸਨੇ ਖਾ ਲਿਆ, ਫਿਰ ਉਸ ਨੂੰ ਉਹਦਾ ਸਵਾਦ ਪਤਾ ਲੱਗਿਆ ਕਿ ਇਸ ਦਾ ਸਵਾਦ ਐਸਾ ਹੈ। ਇਸੇ ਤਰ੍ਹਾਂ ਜਦੋਂ ਤੱਕ ਅਸੀਂ ਪਰਮੇਸ਼ਵਰ ਦਾ ਸਵਾਦ ਨਹੀਂ ਚੱਖਦੇ, ਸਾਨੂੰ ਪਤਾ ਨਹੀਂ ਲੱਗਦਾ ਕਿ ਪਰਮੇਸ਼ਵਰ कैसा है। लेकिन परमेश्वर बहुत भला है, भले परमेश्वर हैं, बड़े प्यारे परमेश्वर हैं, बड़े प्यारे परमेश्वर हैं, सचमुच प्यार करने वाले परमेश्वर। प्रभु कहते मैं पापियां नूं तां प्यार करदा, लेकिन पाप तो नफरत करदा। पाप तो बहुत नफरत करते हैं, लेकिन पापियां नूं प्यार करते हैं। लेकिन प्रभु ये भी कहते हैं जा फिर पाप ना करी यार, मैं तेन प्यार करदा, तू पाप ना करी बस, क्योंकि तो पाप तो नफरत आती है। सो दयालु कृपालु परमेश्वर फिर इस तो बाद खालस वचन की इच्छा शुरू हो जाती है। जदों असी परमेश्वर के स्वाद नूं चख लेंदे हैं, फिर इस तो बाद सानू खालस, जिस तरह खालस देसी घी हुंदा है वो साडी बॉडी नूं तगड़ा बनांदा है, उसी तरह खालस वचन भी साडे आत्मा नूं तगड़ा बनांदा है। फिर खालस वचन की इच्छा शुरू होती है, लालसा शुरू हो जाती है। ये इच्छा किस लिए शुरू होती है? खालस वचन की इच्छा किस लिए शुरू होती है? ये इच्छा इसलिए शुरू होती है तां जो खालस वचन के द्वारा असी प्रभु यीशु मसीह नाल च मुक्ति पाईए। मुक्ति किस चीज़ तो पानी है? साने मुक्ति पानी है संसार तो और पाप तो। ये दो चीज़ां जिन्हां तो सानू मुक्ति चाहिए आ, संसार तो और पाप तो मुक्त होना। सानू मुक्त किहड़ी चीज़ करेगी? खालस वचन, उत्तम वचन, खरा वचन। साडे दास हैं पास्टर संजय, उन्हां तो सुनदा हुंदा सी खरा वचन, उन्हां तो मैं सुनदा हुंदा सी खालस वचन, उन्हां तो मैं सुनदा हुंदा सी उत्तम वचन। उन्हां दे मुख चों ही मैं ये उत्तम वचन सुने, ये मुक्ति दे वचन सुने। और एक मनुख अपने आत्मिक जीवन दे विच वचन नूं सुनदे होए एक खालस और उत्तम वचन नूं हर एक मनुख जिहड़ा इस वेले सुन रहा, जिहड़ा इस वेले देख रहा, ये उहदे नाल गल हो रही है, वो हर एक मनुख अपने आत्मिक जीवन दे विच वचन नूं सुनदे होए और वचन उपर मनन करदे होए, कल्ला सुनना नहीं है, वचन पर मनन करना है, आत्मा दे विच वधदे जाण। जदों वचन नूं असीं सुनांगे, वचन उत्ते मनन करांगे, तां फिर की करांगे? असीं आत्मा दे विच वधदे चले जावांगे। काहदे विच? प्रभु यीशु मसीह दे स्वरूप दे विच। एक तरीके हैं प्रभु दे विच वधन दे, वो तरीका प्रभु यीशु मसीह जी ने, परमात्मा ने, पवित्र आत्मा जी ने मैनू दस्सिया, वो तरीका मैं तुहाडे नाल शेयर कर रहा। लेकिन मर्जी तुहाडी है कि तुसी किहड़ी खुराक और कदों खानी है, दुध कदों पीना है और रोटी कदों खानी है, ये तुहानूं दस्सिया जा रहा है। और किस लिए खानी है, ये तुहानूं दस्सिया जा रहा है। और किस तरह खानी है,
ਇਹ ਤੁਹਾਨੂੰ ਦੱਸਿਆ ਜਾ ਰਿਹਾ। ਇਹ ਤਾਂ ਜਿਹਦੇ ਸੁਣਨ ਵਾਲੇ ਕੰਨ ਆ ਉਹ ਸੁਣ ਲਏ ਕਿ ਆਤਮਾ ਕਲੀਸਿਆ ਨੂੰ ਕੀ ਆਖਦਾ ਹੈ। ਧਿਆਨ ਨਾਲ ਸੁਣ ਲਓ ਮੇਰੇ ਭਾਈ ਭੈਣੋ ਤੇ ਭਰਾਵੋ। ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੀ ਪਛਾਣ ਦੇ ਵਿੱਚ, ਉਹਨਾਂ ਦੀ ਪਰਸਨੈਲਿਟੀ ਦੇ ਵਿੱਚ, ਆਤਮਾ ਦੇ ਵਿੱਚ ਵੱਧਦੇ ਜਾਵਾਂਗੇ, ਫਿਰ ਪ੍ਰਭੂ ਯਿਸੂ ਮਸੀਹ ਜੀ ਦੀ ਇੱਛਾ ਦੇ ਮੁਤਾਬਿਕ, ਫਿਰ ਕੀ ਹੈ, ਪ੍ਰਭੂ ਯਿਸੂ ਮਸੀਹ ਜੀ ਦੀ ਇੱਛਾ ਦੇ ਮੁਤਾਬਿਕ ਤੁਹਾਡੇ ਉੱਤੇ ਗਹਿਰੇ ਭੇਦ ਪ੍ਰਗਟ ਹੋਣਗੇ। ਫਿਰ ਤੁਹਾਡੇ ਪਰ ਗਹਿਰੇ ਭੇਦ ਪ੍ਰਗਟ ਹੋਣੇ ਸ਼ੁਰੂ ਹੋ ਜਾਣਗੇ। ਫਿਰ ਪਰਮਾਤਮਾ ਤੁਹਾਡੇ ਨਾਲ ਗੱਲ ਕਰਨੀ ਸ਼ੁਰੂ ਕਰ ਦੇਣਗੇ ਵੀ ਮੈਂ ਤੇਰੇ ਤੋਂ ਇਹ ਚਾਹੁੰਦਾ, ਮੈਂ ਇਹ ਚਾਹੁੰਦਾ, ਮੈਂ ਇਹ ਚਾਹੁੰਦਾ, ਮੈਂ ਚਾਹੁੰਦਾ, ਲਿਖ 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 ਲਿਖ। और फिर लिखाणगे, फिर गहरे भेद प्रगट होने शुरू हो जाएंगे, ताकि परमेश्वर आप जी नूं भेद क्यों प्रगट होणगे, किस गल्लों ये भेद जिहड़े प्रगट होणगे वो साडे लई क्या क्या काम करनगे, साडे शरीक और आत्मिक जीवन में की लाभ देणगे, ताकि परमेश्वर आप जी नूं होर ज़्यादा सिद्ध ज्ञान दे विच लैके जाण। क्या बात है, होर ज़्यादा सिद्ध ज्ञान दे विच लैके जाणगे। वो गहरे भेद, वो गहरे प्रकाश। तो जो आप जी परमेश्वर की कद काठी तक पहुँच जाओ, तो जो आप जी सब जिन्हें सुन रहे हो परमेश्वर की कद काठी तक पहुँच जाओ, तो इस करके परमेश्वर अपने भेद तुहाडे सबना उत्ते प्रगट करेंगे। सो प्रभु यीशु मसीह जी दे एक कलाम द्वारा जो परमात्मा ने मैनू और तुहानू दिता है, तुसी सब इस कलाम द्वारा और मैं भी इस कलाम द्वारा प्रभु यीशु मसीह नाच आशीष पावां और तुसी भी सब यीशु मसीह नाच आशीष पाओ। मेरे भैनों ते भरावो, परमात्मा मजाक की चीज़ नहीं है, और ठट्ठे च मजाक च उड़ाने वाली चीज़ नहीं है, लेकिन परमात्मा नूं अनुभव नाल महसूस किया जा सकता है। उन्होंने देखा नहीं जा सकता, महसूस किया जा सकता है, लेकिन जिन्होंने वो दिखाना चाहन तो उन्होंने मन की अखां भी ज्योति समाई कर दें, खोल दें कि ला देख, जिस तरह प्रभु की दया कृपा द्वारा मेरी मन की अखां खोल दित्तियां, ताकि मैंने परमेश्वर का दर्शन ये अखां नाल पाया। यीशु मसीह नाल सचमुच प्रभु जी धन्नवाद, परमेश्वर का धन्नवाद। सो सारे भैन भाइयों नूं प्रभु यीशु मसीह नाच जय मसीह दी। आमीन।